परम सत्कारयोग सतगुरां दी साजी और नवाजी हुई साध संगत जीओ, आप माई भाई धरता दे जोग हो, जिन्हां नूं गुरु चरणां दे विच बैठ के गुरबाणी सरवण करन दे सुभाग समय प्राप्त होए ने। आओ साहिबे कमाल माता गुजर कौर जी दे अखियां दे तारे गुरु तेग बहादुर महाराज जी दे पुत्रां दे दानी गुरु नीले दे साह सवार आनंदपुर दे वासी धन धन साहिब श्री गुरु गोबिंद सिंह महाराज जी जिन्हां दा जीवन इतिहास कई दिनों तो चलता आ रहा है। कल विचार छड्डी सी कांसी तो लखनौर पटने तो पहला कांसी पहुंचे, पटने तो पूरी तैयारी नाल सन्मान सहित निक्के निक्के पड़ा करके गुरु जी ने पहला पड़ाओ दूए दिन कांसी आण किया। इस स्थान पर संमत 1722 विच पंजाब तो आउंदे होए श्री गुरु तेग बहादुर महाराज जी भी कुछ समा ठहरे सन। इस स्थान ते गुरुद्वारा साहिब का नाम गुरुद्वारा संगत साहिब है। श्री गुरु तेग बहादुर जी महाराज दा चोला साहिब अते 10वें गुरु जी दे चरनां दा जोड़ा इत्थे दर्शनां वास्ते सन्मान सहित रखे हुए हैं। पौष सुदी 7ਵੀਂ ਨੂੰ ਇੱਥੇ ਜੋੜ ਮੇਲਾ लगता है। पौष सुदी 7ਵੀਂ ਨੂੰ जिस दिन कलगीधर पातशाह गुरु गोबिंद सिंह महाराज जी का अवतार होता है। गुरु जी के श्रद्धावान सिख सेवकों ने इत्थे आप जी का बहुत सन्मान किया, बहुत अदब किया, धन आदक नाल बहुत ज़्यादा सेवा की। कांसी तो लखनौर चले, कुछ दिन कांसी दियां संगतां दियां मनोकामनावां पूरियां करके आप जी प्रयाग आदक तीर्थां तो होंदे हुए रास्ते विच निक्के निक्के पड़ा करके रामचंद्र जी की नगरी अयोध्या पहुंच गए। साहिबजादे जी का आउणा सुन के सिख संगतां हुम हमा के दर्शन करने वास्ते आईयां। अनेक प्रकार दे कपड़े ते गहने माता साहिबा
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟਾ ਕੀਤੇ। ਬੜੇ ਪ੍ਰੇਮ ਤੇ ਸਰਧਾ ਨਾਲ ਹਰ ਪ੍ਰਕਾਰ ਦੇ ਗਹਿਣੇ ਸੇਵਾ ਕਰਕੇ ਬੇਅੰਤ ਸੰਗਤਾਂ ਆਪ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਇੱਥੇ ਬਾਂਦਰ ਬਹੁਤ ਹੁੰਦੇ ਸੀ। ਇੱਕ ਦਿਨ ਆਪ ਜੀ ਨੇ ਛੋਲੇ ਤੇ ਗੁੜ ਬਾਂਦਰਾਂ ਨੂੰ ਪਾ ਕੇ ਉਹਨਾਂ ਦੀ ਲੜਾਈ ਵੇਖੀ। ਛੋਲੇ ਪਾ ਕੇ ਗੁੜ ਖਾਣ ਵਾਸਤੇ ਬਾਂਦਰ ਇੱਕ ਦੂਜੇ ਨਾਲ ਲੜਦੇ ਤੇ ਚੀਕਾਂ ਮਾਰਦੇ। ਆਪ ਜੀ ਉਹਨਾਂ ਨੂੰ ਲੜਦੇ ਵੇਖ ਕੇ ਬੜੇ ਪ੍ਰਸੰਨਤਾ ਨਾਲ ਉਹਨਾਂ ਨੂੰ ਗੁੜ ਤੇ ਛੋਲੇ ਪਾਉਂਦੇ। 2-3 ਦਿਨ ਇੱਥੇ ਵਿਸ਼ਰਾਮ ਕਰਕੇ ਸਾਰਾ ਪਰਿਵਾਰ ਹਰਿਦੁਆਰ ਮਾਇਆਪੁਰੀ ਆ ਗਿਆ। ਇੱਥੋਂ ਸ਼ਰਧਾਲੂਆਂ ਨੂੰ ਦਰਸ਼ਨ ਦਿਦਾਰੇ ਦੇ ਕੇ ਸਹਾਰਨਪੁਰ ਤੋਂ ਜਮਨਾ ਨਦੀ ਨੂੰ ਪਾਰ ਕਰਕੇ ਅੰਬਾਲੇ ਲਾਗੇ ਲਖਨੌਰ ਪਿੰਡ ਵਿੱਚ ਇੱਕ ਸਿੱਖ ਭਾਈ ਜੇਠਾ ਜੀ ਦੇ ਪਾਸ ਆ ਠਹਿਰੇ। ਇਹ ਪਿੰਡ ਅੰਬਾਲਾ ਸੌਣੀ ਤੋਂ ਪੱਛਮ ਦਿਸ਼ਾ ਵੱਲ ਹੈ, 3-4 ਮੀਲ ਦੂਰ ਹੈ। ਲਖਨੌਰ ਵਿੱਚ ਕੌਤਕ ਤੇ ਯਾਦਗਾਰ ਤਾਂ ਗੁਰਮੁਖ ਪਿਆਰੇ, ਲਖਨੌਰ ਵਿੱਚ ਇਸ ਯਾਦ ਵਿੱਚ 2 ਪਲੰਗ, ਇੱਕ ਮਾਤਾ ਗੁਜਰੀ ਜੀ ਤੇ ਇੱਕ ਪਲੰਗ ਦਸ਼ਮੇਸ਼ ਜੀ ਦੇ ਭਾਈ ਜੇਠੇ ਦੇ ਘਰ, ਜੋ ਹੁਣ ਤੱਕ ਇੱਕ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉੱਥੇ ਰੱਖੇ ਹੋਏ ਹਨ, ਜਿਨ੍ਹਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਨੇ। ਹੁਣ ਖੂਹ ਦਾ ਪਾਣੀ ਮਿੱਠਾ ਕਰਨਾ, ਖੂਹ ਉਹਦਾ ਪਾਣੀ ਬੜਾ ਖਾਰਾ ਹੈ ਤੇ ਗੁਰੂ ਜੀ ਨੇ ਖੂਹ ਨੂੰ ਮਿੱਠਾ ਕਰਨਾ ਕਿਵੇਂ ਕੀਤਾ, ਸੁਣੋ ਇਤਿਹਾਸ। ਲਖਨੌਰ ਦੇ ਖੂਹ ਦਾ ਪਾਣੀ ਖਾਰਾ ਹੋਣ ਕਰਕੇ, ਜਿੰਨੇ ਵੀ ਖੂਹ ਸੀ ਲਖਨੌਰ ਦੇ ਖੂਹਾਂ ਦਾ ਪਾਣੀ ਖਾਰਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਚੰਗਾ ਨਹੀਂ ਲੱਗਦਾ ਸੀ। ਇਸ ਕਰਕੇ ਆਪ ਜੀ ਪਿੰਡ ਨੰਢੇੜੀ ਘੋਗੇ ਮਸੰਦ ਪਾਸ ਆਪਣਾ ਨਿਵਾਸ ਕਰਨਾ ਚਾਹੁੰਦੇ ਸਨ, ਪਰ ਭਾਈ ਜੇਠੇ ਦੀ ਅਤੇ ਹੋਰ ਪਿੰਡ ਦੇ ਦੂਸਰੇ ਵਾਸੀਆਂ ਦੀ ਬੇਨਤੀ ਪ੍ਰਵਾਨ ਕਰਕੇ ਮਾਤਾ ਨਾਨਕੀ ਜੀ ਨੇ ਇੱਕ ਦੱਬਿਆ ਹੋਇਆ ਪੁਰਾਣਾ ਖੂਹ ਪਟਵਾ ਕੇ ਉਸ ਨੂੰ ਸਾਫ਼ ਕਰਵਾਇਆ। ਜਦੋਂ ਉਸ ਨੂੰ ਸਾਫ਼ ਕਰਵਾਇਆ ਉਪਰੰਤ ਕੜਾਹ ਪ੍ਰਸਾਦ ਦੀ ਦੇਗ ਤਿਆਰ ਕਰਕੇ ਗੁਰੂ ਜੀ ਅੱਗੇ ਅਰਦਾਸ ਕਰਵਾਈ ਕਿ ਗੁਰੂ ਸਾਹਿਬ ਜੀ ਇਹ ਖੂਹ ਦਾ ਪਾਣੀ ਮਿੱਠਾ ਕਰ ਦਿਓ। ਫਿਰ ਸਭ ਤੋਂ ਪਹਿਲਾਂ ਪਾਣੀ ਕੱਢ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਿਆ ਕੇ ਉਪਰੰਤ ਸਭ ਸੰਗਤਾਂ ਨੇ ਪੀਤਾ। ਜਦ ਖੂਹ ਦਾ ਪਾਣੀ ਬਹੁਤ ਮਿੱਠਾ ਨਿਕਲਿਆ ਤਾਂ ਸਭ ਲੋਕਾਂ ਤੇ ਸਿੱਖ ਸੇਵਕਾਂ ਨੇ ਸਾਹਿਬਜ਼ਾਦੇ ਨੂੰ ਅਨੇਕਾਂ ਪ੍ਰਕਾਰ ਦੀਆਂ ਸੁਗਾਤਾਂ ਚੀਜ਼ਾਂ, ਵਧੀਆ ਸੋਹਣੀਆਂ ਚੀਜ਼ਾਂ ਸਿੱਖ ਸੇਵਕਾਂ ਨੇ ਸਾਹਿਬਜ਼ਾਦੇ ਨੂੰ ਅਨੇਕ ਪ੍ਰਕਾਰ ਦੀਆਂ ਸੁਗਾਤਾਂ ਦਿੱਤੀਆਂ ਅਤੇ ਆਖ ਕੇ ਇਹ ਖੂਹ ਦਾ ਪਾਣੀ ਇੰਨਾ
ਦੀ ਕਿਰਪਾ ਨਾਲ ਹੀ ਮਿੱਠਾ ਹੋਇਆ। ਅਜੇ ਤੱਕ ਮਿੱਠੇ ਪਾਣੀ ਦਾ ਖੂਹ ਗੁਰੂ ਕਾ ਖੂਹ ਕਰਕੇ ਪ੍ਰਸਿੱਧ ਹੈ। ਰਾਜਸਥਾਨ ਦੇ ਵਿੱਚ ਜਿੱਥੇ ਭਗਤ ਧੰਨਾ ਜੀ ਦਾ ਖੂਹ ਆ, ਜਿੱਥੇ ਸਥਾਨ ਬਣਿਆ ਹੋਇਆ, ਉਸ ਜਗ੍ਹਾ ਦੇ ਉੱਤੇ 6 ਮਹੀਨੇ ਪਰਮੇਸ਼ਰ ਨੇ ਹਲਟ ਚਲਾਏ ਨੇ। 6 ਮਹੀਨੇ ਲਗਾਤਾਰ ਪ੍ਰਤੱਖ। ਉਹ ਜ਼ਮੀਨ ਅੱਜ ਵੀ ਮੌਜੂਦ ਪਈ ਆ। ਉੱਥੇ ਖੂਹ ਲੱਗੇ ਹੋਇਆ ਕਰਦੇ ਸੀ। ਖੂਹ, ਉਹ ਅਸਥਾਨ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ ਪ੍ਰਗਟ ਕੀਤਾ ਸੀ। ਬਹੁਤ ਵੱਡਾ ਗੁਰਦੁਆਰਾ, ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ। ਸਰੋਵਰ, ਸੰਗਤਾਂ ਦੇ ਰਹਿਣ ਵਾਸਤੇ ਬੜੇ ਕਮਰੇ ਬਣੇ ਹੋਏ ਆ। ਬੜਾ ਤਕੜਾ ਸਥਾਨ ਬਣਿਆ। ਉਹ ਜਦੋਂ ਉੱਥੇ ਸੇਵਾ ਸ਼ੁਰੂ ਕੀਤੀ ਸੀ, 94-95 ਦੇ ਵਿੱਚ ਤਾਂ ਗੁਰਮੁਖ ਪਿਆਰੇ ਸਾਨੂੰ 4-5 ਸਿੰਘਾਂ ਨੂੰ ਉੱਥੇ ਪਹਿਲਾਂ ਛੱਡ ਦਿੱਤਾ। ਆਲੇ ਦੁਆਲੇ ਕਲਰੇ ਕਲਰ, ਕੋਈ ਪਿੰਡ ਨਾ ਨੇੜੇ ਨਜ਼ਰ ਆਵੇ। ਤਾਂ ਉੱਥੇ ਆਲੇ ਦੁਆਲੇ ਖੂਹ ਵੇਖੇ। ਜਿੰਨੇ ਵੀ ਖੂਹ ਸੀ ਸਾਰਿਆਂ ਦਾ ਪਾਣੀ ਨਮਕੀਨ ਪਾਣੀ, ਜਿਵੇਂ ਆਪਾਂ ਮੰਨ ਲਓ ਵੀ ਇੱਕ ਗਲਾਸ ਦੇ ਵਿੱਚ ਇੱਕ ਚਮਚਾ ਘੋਲ ਦਈਏ, ਇੰਨਾ ਕੁ ਖਾਰਾ ਹੋ ਜਾਂਦਾ ਹੈ। ਤੇ ਸਾਰੇ ਖੂਹਾਂ ਦਾ ਪਾਣੀ ਖਾਰਾ। ਜਿਸ ਖੂਹ ਦੇ ਉੱਤੇ ਭਗਤ ਧੰਨੇ ਦੇ ਖੂਹ ਦੇ ਉੱਤੇ ਪਰਮੇਸ਼ਰ ਨੇ ਹਲਟ ਚਲਾਏ ਸੀ, ਤੇ ਉਹ ਖੂਹ ਦਾ ਪਾਣੀ ਆਪਣੇ ਪੰਜਾਬ ਵਰਗਾ ਪਿਆ। ਆਖੋ ਸਤਨਾਮ। ਬਾਕੀ ਸਾਰੇ ਖਾਰਾ ਹੈ। ਗੁਰੂ ਸਮਰੱਥ ਹੁੰਦਾ ਭਾਈ। ਗੁਰੂ ਜੋ ਚਾਹੇ ਉਹ ਕਰ ਸਕਦਾ ਹੈ। ਗੁਰੂ ਦੇ ਕੀਤੇ ਤੇ ਸਿੱਖ ਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ। ਗੁਰੂ ਦੇ ਕੀਤੇ ਦੇ ਸਿੱਖ ਨੂੰ ਸਵਾਲ ਨਹੀਂ ਕਰਨਾ ਚਾਹੀਦਾ। ਉਹ ਤਾਂ ਸਤਿਗੁਰ ਮੇਰਾ ਮਾਰ ਜਵਾਲਾ, ਤਾਂ ਮਰਿਆ ਨੂੰ ਜਿਉਂਦੇ ਕਰ ਦਿੰਦਾ ਭਾਈ। ਉਹ ਤਾਂ ਮਰਿਆ ਨੂੰ ਜਿਉਂਦੇ ਕਰ ਦਿੰਦਾ ਹੈ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੂਹ ਦਾ ਪਾਣੀ ਮਿੱਠਾ ਕਰ ਦਿੱਤਾ ਹੈ। ਅੱਜ ਤੱਕ ਇਹ ਮਿੱਠੇ ਪਾਣੀ ਦਾ ਖੂਹ ਗੁਰੂ ਕਾ ਖੂਹ ਕਰਕੇ ਪ੍ਰਸਿੱਧ ਹੈ। ਇੱਥੋਂ ਫੇਰ ਗੁਰਮੁਖ ਪਿਆਰਿਓ ਭੀਖਮ ਸਾਹ ਨੇ ਦਰਸ਼ਨ ਕਰਨੇ। ਇੱਕ ਵਾਰੀ ਤਾਂ ਪਟਨੇ ਦੀ ਧਰਤੀ ਦੇ ਦਰਸ਼ਨ ਕੀਤੇ ਸੀ ਭੀਖਮ ਸਾਹ ਨੇ। ਇੱਥੋਂ ਫੇਰ ਗੁਰਮੁਖ ਪਿਆਰਿਓ ਭੀਖਮ ਸਾਹ ਨੇ ਦਰਸ਼ਨ ਕਰਨੇ। ਇੱਥੋਂ ਲਖਨੌਰ ਤੋਂ ਪਿੰਡ ਠਸਕਾ ਨੇੜੇ ਹੀ ਸੀ। ਠਸਕੇ ਪੀਰ ਭੀਖਮ ਸਾਹ ਰਹਿੰਦਾ ਸੀ, ਜੋ ਪਹਿਲਾਂ ਪਟਨੇ ਜਾ ਕੇ ਆਪ ਜੀ ਦੇ ਦਰਸ਼ਨ ਕਰਕੇ ਆਇਆ ਸੀ। ਭੀਖਮ ਸਾਹ ਹੁਣ ਇਹ ਬਾਹਰ ਆਪਣੇ ਸੇਵਕਾਂ ਵੱਲ ਗਿਆ ਹੋਇਆ ਸੀ। ਜਦ ਇਸ ਨੂੰ ਪਿੰਡ ਆੜ ਕੇ ਪਤਾ ਲੱਗਾ ਕਿ ਪੀਰਾਂ ਦੇ ਪੀਰ ਲਖਨੌਰ ਆਏ ਹੋਏ ਹਨ, ਤਾਂ ਇਹ ਵੀ ਇੱਕ ਹੋਰ ਪੀਰ ਨੂੰ ਨਾਲ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ।
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਸਮੇਂ ਬਾਲਕਾਂ ਨਾਲ ਖਿੱਦੋ ਖੁੰਡੀ ਖੇਡ ਰਹੇ ਸੀ, ਕਿਉਂਕਿ ਉਮਰੇ ਸਾਰੀ ਉਦੋਂ 5 ਸਾਲ ਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜਦੋਂ ਭੀਖ ਮੱਸਾ ਦੁਬਾਰਾ ਮਿਲਿਆ 5 ਸਾਲ ਦੀ ਉਮਰ ਸੀ। ਪੀਰ ਜੀ ਨੇ ਆਪ ਜੀ ਦੇ ਪਾਸ ਆ ਕੇ ਹੱਥ ਜੋੜ ਕੇ ਸਜਦਾ ਕੀਤਾ ਅਤੇ ਕਿਹਾ, ਮੇਰੇ ਧੰਨ ਭਾਗ ਜੋ ਮੈਂ ਅੱਜ ਆਪ ਜੀ ਦੇ ਮੁੜ ਦਰਸ਼ਨ ਕੀਤੇ ਨੇ। ਮੇਰੇ ਧੰਨ ਭਾਗ ਨੇ ਜੋ ਆਪ ਜੀ ਦੇ ਦਰਸ਼ਨ ਹੋਏ। ਗੁਰਗੱਦੀ ਦੀ ਮਹਾਨਤਾ। ਰਸਤੇ ਵਿੱਚ ਭੀਖ ਮੱਸਾ ਦੇ ਸਾਥੀ ਪੀਰ ਮੀਰਦੀਨ ਨੇ ਪੁੱਛਿਆ, ਕਹਿੰਦੇ ਪੀਰ ਜੀ ਤੁਸੀਂ ਇਹ ਅਣਹੋਣੀ ਗੱਲ ਕਿਉਂ ਕੀਤੀ ਆ? ਤੁਸੀਂ ਮੰਨੇ ਪਰਮੰਨੇ ਪੀਰ, ਉਮਰ ਵਿੱਚ ਵੀ ਵੱਡੇ ਹੋ। ਜਿਹੜਾ ਭੀਖ ਮੱਸਾ ਪੀਰ ਦੇ ਨਾਲ ਸੀ ਉਹਨੇ ਪੁੱਛਿਆ, ਕਹਿੰਦੇ ਇਹ ਅਣਹੋਣੀ ਗੱਲ ਤੁਸੀਂ ਕਿਉਂ ਕੀਤੀ ਆ? ਤੁਸੀਂ ਮੰਨੇ ਪਰਮੰਨੇ ਪੀਰ, ਉਮਰ ਵਿੱਚ ਵੱਡੇ ਹੋ। ਵੱਡੇ ਹੋ ਕੇ ਵੀ ਫਿਰ ਤੁਸੀਂ ਉਸ ਹਿੰਦੂ ਬਾਲਕ ਦੇ ਅੱਗੇ ਸਜਦਾ ਕਿਉਂ ਕੀਤਾ? ਹੱਥ ਜੋੜ ਕੇ ਉਹਦੇ ਪੈਰਾਂ ਉੱਤੇ ਸੀਸ ਨਵਾਇਆ। ਨਿੱਕਾ ਜਿਹਾ ਬਾਲਕ, ਤੁਸੀਂ ਇੰਨੀ ਉਮਰ ਦੇ ਮੰਨੇ ਪਰਮੰਨੇ ਪੀਰ ਹੋ ਤੇ ਉਸ ਬੱਚੇ ਦੇ ਸਿਰ ਦੇ ਉੱਤੇ ਤੁਸੀਂ ਕਿਉਂ ਸੀਸ ਨਵਾਇਆ? ਇਹ ਕੀ ਕਾਰਨ ਹੈ? ਭੀਖ ਮੱਸਾ ਨੇ ਉੱਤਰ ਦਿੱਤਾ, ਕਹਿੰਦੇ ਪੀਰ ਜੀ ਤੁਸੀਂ ਇਸ ਭੇਦ ਨੂੰ ਨਹੀਂ ਜਾਣਦੇ ਕਿ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਦੀ ਉੱਤੇ ਹੁੰਦਾ ਹੈ ਉਹ ਦਰਗਾਹ ਵਿੱਚ ਵੱਡਾ ਹੁੰਦਾ ਹੈ। ਜਿਹੜਾ ਗੁਰਗੱਦੀ ਤੇ ਬੈਠਾ ਹੁੰਦਾ ਤੇ ਉਹ ਵੱਡਾ ਹੁੰਦਾ ਹੈ। ਜਦੋਂ ਹੋਰ ਸਾਰੇ ਪੀਰ ਦਰਗਾਹ ਵਿੱਚ ਜਾਂਦੇ ਹਨ ਤਾਂ ਇਹ ਗੁਰੂ ਨਾਨਕ ਦੀ ਗੱਦੀ ਵਾਲੇ ਅੱਗੇ ਦਰਗਾਹ ਦੇ ਦਰਵਾਜ਼ੇ ਵਿੱਚ ਖੜੇ ਹੁੰਦੇ ਨੇ। ਆਖੋ ਸਤਿਨਾਮ। ਇਹ ਅੱਗੇ ਸੱਚਖੰਡ ਦੇ ਵਿੱਚ ਖੜੇ ਹੁੰਦੇ ਆ ਅਤੇ ਉੱਚੇ ਸਥਾਨ ਤੇ ਖੜੇ ਹੋ ਕੇ ਸਭ ਨੂੰ ਆਪਣਾ ਦਰਸ਼ਨ ਦਿੰਦੇ ਆ। ਜਿਸ ਨੂੰ ਜੋ ਇਹ ਕਹਿਣ ਉਹੀ ਪੂਰਾ ਹੁੰਦਾ ਹੈ। ਜਿਸ ਨੂੰ ਵੀ ਵਚਨ ਕਰਦੇ ਨੇ ਉਹੀ ਪੂਰਾ ਹੁੰਦਾ ਹੈ। ਅਤੇ ਜੋ ਕੁਝ ਇਹਨਾਂ ਤੋਂ ਕੋਈ ਕੁਛ ਮੰਗੇ ਉਹੀ ਪੂਰੀ ਮਰਿਆਦ ਕਰ ਦਿੰਦੇ ਨੇ। ਜਿਹੜਾ ਕੋਈ ਸਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੇ ਕੋਲੋਂ ਮੰਗਦਾ ਹੈ ਉਹੀ ਪੂਰੀ ਕਰ ਦਿੰਦੇ ਨੇ। ਅੱਜ ਵੀ ਸਤਿਗੁਰੂ ਪੂਰੀ ਕਰਦੇ ਨੇ ਭਾਈ। ਮਹਾਰਾਜ ਜੀ ਕਹਿੰਦੇ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ। ਅੱਜ ਵੀ ਸਤਿਗੁਰੂ ਤੋਂ ਜੋ ਤੁਸੀਂ ਮੰਗੋਗੇ ਉਹੀ ਮਿਲੇਗਾ। ਮਨ ਦੀਆਂ ਭਾਵਨਾ ਇੱਛਾ ਪੂਰੀਆਂ ਕਰਦਾ ਗੁਰੂ। ਕਰੂਗਾ ਉਦੋਂ ਜਦੋਂ ਤੁਸੀਂ ਗੁਰੂ ਦੇ ਨਾਲ ਜੁੜੇ ਹੋਵੋਗੇ। ਜਦੋਂ ਗੁਰੂ ਦੇ ਨਾਲ ਜੁੜੇ ਹੋਵੋਗੇ ਉਦੋਂ ਫਿਰ ਤੁਹਾਡੇ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਗੁਰੂ ਨੇ ਕਰ ਦੇਣੀਆਂ ਨੇ। ਉਹ ਬੜਾ ਸਮਰੱਥ ਹੈ, ਉਹ ਬੜਾ ਬੇਅੰਤ ਹੈ। ਉਹ ਆਪਣੇ ਸਿੱਖ ਦੀਆਂ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਕਰਦਾ। ਇਸ ਕਰਕੇ ਉਹਦੇ ਹੁਕਮ ਦੇ ਵਿੱਚ, ਉਹਦੀ ਪਾਲਣਾ ਦੇ ਵਿੱਚ ਸਿੱਖ ਨੂੰ ਸਦਾ ਹੀ ਰਹਿਣਾ ਚਾਹੀਦਾ। ਉਹ ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਬਸ ਹੈ ਕਾਮ ਤੇਨਾ। ਉਹ ਸਭ ਦੇ ਮਨ ਦੀਆਂ ਭਾਵਨਾ ਪੂਰੀਆਂ ਕਰਦਾ।
ਉਹਦੇ ਲੜ ਲੱਗ ਕੇ ਤਾਂ ਦੇਖੀਏ, ਉਹਦੇ ਚਰਨਾਂ ਦੇ ਨਾਲ ਜੁੜ ਕੇ ਤਾਂ ਵੇਖੀਏ, ਫਿਰ ਉਹ ਮਨ ਦੀ ਭਾਵਨਾ ਇੱਛਾ ਪੂਰੀਆਂ ਕਰ ਦਿੰਦਾ। ਹੁਣ ਉਹ ਪਿੱਛੇ ਜੇ ਮੇਰੇ ਮਨ ਦੀ ਭਾਵਨਾ ਸੀ, ਇੱਛਾ ਸੀ ਵੀ ਆਪਾਂ ਸਤਿਗੁਰੂ ਦੇ ਰੁਮਾਲਾ ਸਾਹਿਬ ਇਸ ਤਰ੍ਹਾਂ ਬਣਾਇਆ ਕਰਨੇ ਆ। ਸਤਿਗੁਰੂ ਜੀ ਨੇ ਉਹ ਮਨ ਦੀ ਇੱਛਾ ਭਾਵਨਾ ਪੂਰੀ ਕੀਤੀ। ਕਿੰਨੇ ਰੁਮਾਲਾ ਸਾਹਿਬ ਆਪਾਂ ਨੇ ਮਹਾਰਾਜ ਜੀ ਦੇ ਤਿਆਰ ਕੀਤੇ ਆ। ਫਿਰ ਮੇਰੇ ਮਨ ਦੀ ਇੱਛਾ ਹੋਈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਜਿਹੜਾ ਜੰਗਲਾ ਹੈ ਉਹ ਸਟੀਲ ਦਾ ਜੰਗਲਾ ਲਾਣਾ ਹੈ, ਤੇ ਸਟੀਲ ਦੀ ਗੋਲਕ ਲਾਣੀ ਹੈ ਵਧੀਆ ਪੂਰੀ, ਤੇ ਸਟੀਲ ਦੀ ਵੱਡੀ ਸਾਰੀ ਜੋਤ ਲੈ ਕੇ ਆਣੀ ਆ। ਉਹ ਵੀ ਇੱਛਾ ਸਤਿਗੁਰੂ ਨੇ ਛੇਤੀ ਪੂਰੀ ਕਰ ਦਿੱਤੀ। ਇਹ ਚੀਜ਼ਾਂ 11 ਤਰੀਕ ਨੂੰ ਸਾਰੀਆਂ ਗੁਰਦੁਆਰਾ ਸਾਹਿਬ ਪਹੁੰਚ ਜਾਣੀਆਂ ਨੇ। ਆਖੋ ਸਤਿਨਾਮ। ਇੱਛਾ ਧਾਰ ਕੇ ਜਿਹੜਾ ਸਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੇ ਦਰ ਤੇ ਆਉਂਦਾ, ਭਾਈ ਪੂਰੀਆਂ ਹੁੰਦੀਆਂ ਨੇ। ਉਹ ਨਹੀਂ ਕੁਝ ਲੁਕੋ ਕੇ ਰੱਖਦਾ, ਉਹ ਤਾਂ ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਰਜ ਕਿਰਤ ਸੇਵਕੀ ਤਹਾਂ ਤਾ ਉਠਤਾਵੈ। ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਸ ਕਰਕੇ ਗੁਰਮੁਖ ਪਿਆਰਿਓ, ਸਤਿਗੁਰੂ ਸਭ ਦੇ ਮਨ ਦੀ ਭਾਵਨਾ ਪੂਰੀ ਕਰਦਾ। ਭੀਖਮ ਸਾਹਿਬ ਪੀਰ ਜੀ ਕਹਿਣ ਲੱਗੇ, ਪੀਰ ਜੀ ਇਹਨਾਂ ਤੋਂ ਜੋ ਕੁਝ ਮੰਗੇ ਉਹੀ ਪੂਰਾ ਕਰ ਦਿੰਦੇ ਆ। ਕਿਸੇ ਨੇ ਖੁਦਾ ਨਹੀਂ ਵੇਖਿਆ ਕਿ ਕਿੱਥੇ ਹੈ, ਕਿਸੇ ਨੂੰ ਪਤਾ ਨਹੀਂ ਕਿ ਹੈ ਕਿ ਇਹੀ ਖੁਦਾ ਦਾ ਰੂਪ ਹਨ। ਆਖੋ ਸਤਿਨਾਮ। ਆਪਣੇ ਪੀਰ ਦੇ ਨਾਲ ਤੇ ਜਿਹੜਾ ਪੀਰ ਉਹਨਾਂ ਦੇ ਭੀਖਮ ਸਾਹਿਬ ਜੀ ਦੇ ਨਾਲ, ਉਹਨਾਂ ਨੂੰ ਕਹਿ ਰਹੇ ਨੇ, ਕਹਿੰਦੇ ਇਹ ਖੁਦਾ ਦਾ ਰੂਪ ਹਨ ਜਾਂ ਕੋਈ ਹੋਰ ਹੈ। ਇਹਨਾਂ ਜੋ ਹੁਣ ਜਨਮ ਧਾਰਨ ਕੀਤਾ ਹੈ, ਮੈਂ ਇਹਨਾਂ ਨੂੰ ਪਟਨੇ ਜਾ ਕੇ ਵੇਖਿਆ ਸੀ ਅਤੇ ਪਰਖਣਾ ਕੀਤਾ ਸੀ ਕਿ ਹਿੰਦੂ ਮੁਸਲਮਾਨ ਦੋਵੇਂ ਮਜ਼ਹਬ ਜਗਤ ਵਿੱਚ ਰਹਿਣਗੇ ਜਾਂ ਇੱਕ। ਤਾਂ ਇਹਨਾਂ ਨੇ ਇਸ਼ਾਰਾ ਕੀਤਾ ਕਿ ਦੋਵੇਂ ਜਗਤ ਵਿੱਚ ਰਹਿਣਗੇ। ਇਹ ਵੱਡੇ ਹੋ ਕੇ ਤੁਰਕਾਂ ਦੇ ਤੇਜ ਨੂੰ ਨਾਸ਼ ਕਰਨਗੇ। ਮੈਂ ਇਸ ਵਾਸਤੇ ਇਹਨਾਂ ਪਾਸ ਆਪਣਾ ਟੁਕੜਾ ਬਖਸ਼ਾਉਣ ਗਿਆ ਸਾਂ। ਇਹਨਾਂ ਨੇ ਕਿਰਪਾ ਕਰਕੇ ਬਖਸ਼ ਦਿੱਤਾ। ਇਹ ਬਰਤਾਂਤ ਪੀਰ ਮੀਰ ਦੀਨ ਨੂੰ ਸਾਈਂ ਜੀ ਨੇ ਬੜੀ ਖੁਸ਼ੀ ਦੇ ਨਾਲ ਸੁਣਾਇਆ। ਪੀਰ ਮੀਰ ਦੀਨ ਨੂੰ ਭੀਖਮ ਸਾਹ ਜੀ ਨੇ ਬੜਾ ਖੁਸ਼ੀ ਦੇ ਨਾਲ ਸੁਣਾਇਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਤਨੇ ਰਾਜ ਰੌਲਿਆਂ ਵਿੱਚ ਕਿਸੇ ਸਿੱਖ ਰਜਵਾੜੇ ਨੇ ਠੱਸ ਕੇ ਪਿੰਡ ਨੂੰ ਨਹੀਂ ਛੇੜਿਆ ਅਤੇ ਭੀਖਮ ਸਾਹ ਦੇ ਚੇਲੇ ਸਹੀ ਸਲਾਮਤ ਉੱਥੇ ਸਭ ਆਨੰਦ ਨਾਲ ਰਹਿੰਦੇ ਰਹੇ। ਆਏ ਗਏ ਦੀ ਲੰਗਰ ਨਾਲ ਸੇਵਾ ਕਰਦੇ ਰਹਿੰਦੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬਚਨ ਸਦਾ ਅਟਲ ਹਨ। ਦੋਹਾਂ ਲੋਕਾਂ ਦੇ ਵਿਘਨ ਦੂਰ ਕਰਨ ਵਾਸਤੇ ਉਹਨਾਂ ਨੇ ਨਾਮ ਦਾ ਆਸਰਾ ਲੈਣਾ ਚਾਹੁੰਦੇ ਸਨ। ਹੁਣ ਗੁਰਮੁਖ ਪਿਆਰੇ ਲਖਨੌਰ ਰਹੇ ਤੇ ਲਖਨੌਰ ਤੋਂ ਆਨੰਦਪੁਰ ਸਾਹਿਬ ਪਹੁੰਚੇ। ਆਨੰਦਪੁਰ ਸਾਹਿਬ ਜਾਣ ਦੀ ਸਲਾਹ ਕਰਕੇ ਮਾਤਾ ਗੁਜਰ ਕੌਰ ਜੀ ਨੇ ਭਾਈ ਕਿਰਪਾਲ ਜੀ ਨੂੰ ਆਨੰਦਪੁਰ ਸਾਹਿਬ ਤੋਂ ਸੱਦਾ ਭੇਜਿਆ ਕਿ ਆਣ ਕੇ ਸਮਾਨ ਆਦਿਕ ਵਾਸਤੇ ਸਵਾਰੀ ਦਾ ਇੰਤਜ਼ਾਮ ਕਰੋ।
ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੇਤੀ ਅਨੰਦਪੁਰ ਸਾਹਿਬ ਪਹੁੰਚਣ ਬਾਅਦ ਦੇ ਉਤਾਵਲੇ ਸਨ। ਸੁਨੇਹਾ ਪਹੁੰਚਣ ਪਰ ਮਾਮਾ ਕਿਰਪਾਲ ਚੰਦ ਜੀ ਛੇਤੀ ਹੀ ਲਖਨੌਰ ਆ ਗਏ ਤੇ ਸਵਾਰੀ ਆਦਿ ਪ੍ਰਬੰਧ ਕਰਕੇ ਤਿਆਰੀ ਕਰ ਲਈ ਤੇ ਪੂਰੀ ਤਿਆਰੀ ਕਰਕੇ ਆਪ ਜੀ ਨੇ ਕਿਰਪਾਨ ਹੱਥ ਵਿੱਚ ਲੈ ਕੇ ਨੌਵਾਂ ਸਤਿਗੁਰੂ ਸਾਹਿਬ ਦਾ ਨਾਮ ਲਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲਿਆ ਅਤੇ ਅਰਦਾਸ ਕੀਤੀ, ਹੈ ਸਤਿਗੁਰੂ ਜੀਓ ਤੁਸੀਂ ਦਾਸ ਦੇ ਹਰ ਪ੍ਰਕਾਰ ਦੇ ਸਹਾਈ ਹੋਵੋ। ਆਪ ਜੀ ਦੇ ਹੁਕਮ ਵਿੱਚ ਹੀ ਸ੍ਰੀ ਅਨੰਦਪੁਰ ਜਾਣ ਦੀ ਤਿਆਰੀ ਕੀਤੀ ਹੈ। ਉਪਰੰਤ ਵਾਹਿਗੁਰੂ ਆ ਕੇ ਕਿਰਪਾਨ ਗਾਤਰੇ ਵਿੱਚ ਪਹਿਨ ਲਈ ਤੇ ਕਮਰ ਕਸਾ ਕਰਕੇ ਇੱਕ ਸੁੰਦਰ ਤੇਜ ਘੋੜੇ ਉੱਤੇ ਸਵਾਰ ਹੋ ਗਏ ਤੇ ਮਾਮਾ ਕਿਰਪਾਲ ਚੰਦ ਜੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਆਪ ਜੀ ਅਨੰਦਪੁਰ ਸਾਹਿਬ ਨੂੰ ਤੁਰ ਪਏ। ਬਾਕੀ ਕੁਝ ਸਿੱਖਾਂ ਨੂੰ ਹੁਕਮ ਕੀਤਾ ਕਿ ਤੁਸੀਂ ਹੀ ਗੱਡਿਆਂ ਉੱਤੇ ਸਮਾਨ ਲੱਦ ਕੇ ਮਾਤਾ ਜੀ ਨਾਲ ਸਾਡੇ ਮਗਰ ਚਲੇ ਆਓ। 5 ਸਾਲ ਦੀ ਉਮਰ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸ ਸਮੇਂ। 5 ਸਾਲ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪੁੱਤਰ ਨੂੰ ਪਹਿਲੀ ਵਾਰ ਅਨੰਦਪੁਰ ਦੀ ਧਰਤੀ ਤੇ ਮਿਲਣਾ ਸੀ। 5 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਪਹਿਲੀ ਵਾਰ ਅਨੰਦਪੁਰ ਦੀ ਧਰਤੀ ਤੇ ਮਿਲਣਾ ਸੀ। ਮਨ ਵਿੱਚ ਚਾਹ ਬੜਾ ਦੋਵਾਂ ਦੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਵਿੱਚ ਵੀ ਚਾਹ। ਪਹਿਲੀ ਵਾਰ 5 ਸਾਲ ਬਾਅਦ ਪਿਓ ਪੁੱਤਰ ਦਾ ਮਿਲਾਪ ਹੋਣਾ ਸੀ। ਇਸ ਤਰ੍ਹਾਂ ਗੁਰੂ ਜੀ ਘੋੜੇ ਨਚਾਉਂਦੇ ਟਪਾਉਂਦੇ ਮਾਮਾ ਕਿਰਪਾਲ ਜੀ ਨਾਲ ਗੱਲਾਂ ਬਾਤਾਂ ਕਰਦੇ ਅਨੰਦਪੁਰ ਸਾਹਿਬ ਨੂੰ ਚਲੇ ਜਾ ਰਹੇ ਹਨ। ਪਿੱਛੇ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੋਵੇਂ ਰੱਥਾਂ ਉੱਤੇ ਸਵਾਰ ਹੋ ਕੇ ਆਪਣੇ ਨਾਲ ਗੱਡਿਆਂ ਉੱਤੇ ਸਮਾਨ ਲਦਵਾ ਕੇ ਭਾਈ ਜੇਠਾ ਜੀ ਤੇ ਭਾਈ ਪ੍ਰੇਮੀ ਨਰ ਨਾਰੀ ਲਖਨੌਰ ਵਾਸੀਆਂ ਨੂੰ ਦੁੱਧ ਪੁੱਤ ਦੀਆਂ ਸੀਸਾਂ ਦੇ ਧੀਰਜ ਦੇ ਕੇ ਕੁਝ ਸਿੱਖਾਂ ਸਹਿਤ ਚੱਲ ਪਏ। ਇਸ ਤਰ੍ਹਾਂ ਤੁਰੇ ਜਾਂਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦਿਨ ਢਲ ਗਿਆ ਤਾਂ ਇੱਕ ਚੰਗਾ ਸੁਰੱਖਿਅਤ ਥਾਂ ਵੇਖ ਕੇ ਰਾਤ ਦੇ ਵਿਸ਼ਰਾਮ ਵਾਸਤੇ ਡੇਰਾ ਕਰਕੇ ਖਾਣਾ ਪੀਣਾ ਤਿਆਰ ਕਰਵਾਇਆ। ਇਤਨੇ ਸਮੇਂ ਪਿੱਛੋਂ ਮਤਾਵਾਂ ਜੀ ਸਹਿਤ ਸਾਰਾ ਬਹੀਰਾ ਘੱਤ ਕੇ ਆ ਮਿਲੇ। ਜਿਹੜੇ ਰਥਾਂ ਦੇ ਉੱਤੇ ਸੀ ਪਿੱਛੇ ਉਹ ਵੀ ਆ ਕੇ ਸਾਰੇ ਇਕੱਠੇ ਹੋ ਗਏ। ਸਭ ਨੇ ਪ੍ਰਸਾਦ ਪਾਣੀ ਛਕ ਕੇ ਰਾਤ ਬੜੇ ਆਨੰਦ ਨਾਲ ਬਤੀਤ ਕੀਤੀ ਅਤੇ ਅੰਮ੍ਰਿਤ ਵੇਲੇ ਅੱਗੇ ਤੁਰਨ ਦੀ ਤਿਆਰੀ ਕਰਕੇ ਚਾਲੇ ਪਾ ਦਿੱਤੇ। ਰਸਤੇ ਵਿੱਚ ਜਿਸ ਸਿੱਖ ਸੰਗਤ ਨੂੰ ਪਤਾ ਲੱਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣੀ ਭੇਟਾ ਕਰਦੇ ਤੇ ਜਲ ਪਾਣੀ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ, ਜਿਨ੍ਹਾਂ ਨੂੰ ਵੀ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 5 ਸਾਲ ਦੀ ਉਮਰ ਹੈ ਤੇ ਅਨੰਦਪੁਰ ਸਾਹਿਬ ਆ ਰਹੇ ਨੇ, ਸਾਰੇ ਬਹੀਰਾ ਘੱਤ ਕੇ ਆਉਂਦੇ ਨੇ, ਜਲ ਪਾਣੀ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਨੇ। ਆਪ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰਕੇ ਸਭ ਮਾਈ ਭਾਈ ਬੜੇ ਪ੍ਰਸੰਨਤਾ ਨਾਲ ਆਪ ਜੀ ਦੇ ਤੇਜ ਪ੍ਰਤਾਪ ਦੀ ਸ਼ਲਾਘਾ ਕਰਦੇ ਨੇ, ਸਿਫਤਾਂ ਕਰਦੇ ਨੇ, ਉਸਤਤ ਕਰਦੇ ਆ। ਇਸ ਤਰ੍ਹਾਂ ਬਾਲਕ ਸਤਿਗੁਰੂ ਜੀ ਹੌਲੀ ਹੌਲੀ ਛੋਟੀਆਂ ਮੰਜ਼ਿਲਾਂ ਕਰਦੇ ਰੋਪੜ ਤੋਂ ਅੱਗੇ ਲੰਘ ਕੇ ਕੀਰਤਪੁਰ ਸਭ ਪਰਿਵਾਰ ਸਹਿਤ ਬਾਬਾ ਸੂਰਜ ਮੱਲ ਜੀ ਦੇ
ਪੋਤਰਿਆਂ ਗੁਲਾਬ ਰਾਏ ਸਾਮਦਾਸ ਦੇ ਘਰ ਜਾ ਬਰਾਜੇ ਕੀਰਤਪੁਰ। ਬਾਬਾ ਗੁਲਾਬ ਰਾਏ ਜੀ ਤੇ ਸਾਮਦਾਸ ਜੀ ਨੇ ਆਪ ਜੀ ਨੂੰ ਬੜੇ ਪ੍ਰੇਮ ਨਾਲ ਆਪਣੇ ਪਾਸ ਕੀਰਤਪੁਰ ਰੱਖ ਕੇ ਬੜੀ ਸਰਧਾ ਭਾਵਨਾ ਨਾਲ ਸੇਵਾ ਕੀਤੀ ਤੇ ਇੱਥੋਂ ਕੀਰਤਪੁਰ ਵਿਖੇ ਤੋਂ ਸਤਿਗੁਰੂ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਹਰਿਰਾਏ ਸਾਹਿਬ ਜੀ, ਅੱਗੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਸਮਾਧਾਂ ਦੇ ਦਰਸ਼ਨ ਕਰਕੇ ਕੜਾਹ ਪ੍ਰਸਾਦ ਸਭ ਸੰਗਤਾਂ ਵਿੱਚ ਖੁੱਲੇ ਗੱਫੇ ਵਰਤਾਏ ਤੇ ਉਪਰੰਤ ਆਪਣੇ ਤਾਏ ਬਾਬਾ ਗੁਰਦਿੱਤਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਾਏ ਬਾਬਾ ਗੁਰਦਿੱਤਾ ਜੀ ਸਨ। ਬਾਬਾ ਗੁਰਦਿੱਤਾ ਜੀ ਦੇ ਅਸਥਾਨ ਪਹਾੜੀ ਦੀ ਚੋਟੀ ਉੱਤੇ ਚੜ੍ਹ ਕੇ ਦਰਸ਼ਨ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ ਅਤੇ ਮੁੜ ਆਣ ਕੇ ਸਭ ਨੇ ਪ੍ਰਸਾਦ ਛਕਿਆ। ਸਾਰਾ ਦਿਨ ਸੰਗਤਾਂ ਦਰਸ਼ਨ ਕਰਕੇ ਬੜੇ ਚਾਅ ਨਾਲ ਬਤੀਤ ਕੀਤਾ ਕੀਰਤਪੁਰ ਦੀ ਧਰਤੀ ਤੇ। ਉਪਰੰਤ ਰਾਤ ਸਭ ਨੇ ਵਿਸ਼ਰਾਮ ਕੀਤਾ ਤੇ ਦੂਜੇ ਦਿਨ ਅੰਮ੍ਰਿਤ ਵੇਲੇ ਤਿਆਰੀ ਕਰਕੇ ਆਨੰਦਪੁਰ ਸਾਹਿਬ ਨੂੰ ਪਹੁੰਚ ਰਹੇ ਨੇ। ਹੁਣ ਜਦੋਂ ਆਨੰਦਪੁਰ ਸਾਹਿਬ ਜਾ ਰਹੇ ਨੇ, ਦੋਨੇ ਪਾਸੇ, ਇੱਕ ਪਾਸੇ ਕੀਰਤਪੁਰ ਤੋਂ ਲੈ ਕੇ, ਦੇਖੋ ਕੀਰਤਪੁਰ ਤੋਂ ਆਨੰਦਪੁਰ ਕਿੰਨੀ ਕੁ ਦੂਰ ਹੈ, ਕਿੰਨੀ ਵਾਟ। ਕੀਰਤਪੁਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਰਸਤੇ ਉੱਤੇ ਇੱਕ ਪਾਸੇ ਭਾਈ ਲੋਕ ਖੜੇ ਨੇ ਤੇ ਦੂਸਰੇ ਪਾਸੇ ਮਾਈਆਂ ਖੜੀਆਂ ਨੇ। ਕੀਰਤਪੁਰ ਤੋਂ ਲੈ ਕੇ ਆਨੰਦਪੁਰ ਤੱਕ ਦੋਨੇ ਪਾਸੇ ਲਾਈਨਾਂ ਲੱਗੀਆਂ ਹੋਈਆਂ ਨੇ ਦਰਸ਼ਨ ਕਰਨ ਵਾਲਿਆਂ ਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਦੇ ਉੱਤੇ ਸਵਾਰ ਨੇ। ਸਾਰੇ ਦਰਸ਼ਨ ਕਰਕੇ ਨਿਹਾਲ 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 ਹੋ ਰਹੇ ਨੇ। ਦਰਸ਼ਨ ਦੇਖ ਜਿਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਨਾਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰ ਆਪਣੇ ਚੇਰੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਜਦੋਂ ਗੁਰੂ ਨੂੰ ਸਾਹਮਣੇ ਵੇਖਦੇ ਆ ਨਾ ਤੇ ਤਨ ਵੀ ਤੇ ਮਨ ਵੀ ਨਿਹਾਲ ਹੋ ਜਾਂਦਾ। ਤਾਂ ਗੁਰਮੁਖ ਪਿਆਰਿਓ, ਸਾਰੇ ਹੀ ਅੱਗੇ ਸਭ ਇਸਤਰੀਆਂ ਪੁਰਸ਼ਾਂ ਨੇ ਆਪ ਜੀ ਨੂੰ ਬੜੇ ਉਤਸ਼ਾਹ ਨਾਲ ਜੀ ਆਇਆਂ ਆਖਿਆ। ਸਤਿਗੁਰੂ ਜੀ ਦੋਵੇਂ ਮਾਤਾਵਾਂ ਅਤੇ ਹੋਰ ਸਮਾਜ ਆਪਣੇ ਘਰ ਵਿੱਚ, ਸਤਿਗੁਰੂ ਜੀ ਦੋਵੇਂ ਮਾਤਾਵਾਂ ਜੀ ਤੇ ਹੋਰ ਸਮਾਜ ਆਪਣੇ ਘਰ ਵਿੱਚ ਬੜੇ ਆਨੰਦ ਨਾਲ ਜਾਬਰਾਜ ਕੀਤੇ। ਇਹ ਸੁੰਦਰ ਘਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੁਝ ਤੀਰਥ ਯਾਤਰਾ ਤੋਂ ਪਹਿਲਾਂ ਅਤੇ ਕੁਝ ਅਸਾਮ ਦੀ ਵਾਪਸੀ ਤੋਂ ਪਹਿਲਾਂ ਆਣ ਕੇ ਠੀਕ ਕੀਤਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਆਨੰਦਪੁਰ ਸਾਹਿਬ ਗਏ ਤਾਂ ਗੁਰਮੁਖ ਪਿਆਰਿਓ, ਮਾਤਾ ਗੁਜਰ ਕੌਰ ਜੀ ਨੇ ਦੱਸਣਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਘੋੜੇ ਦੇ ਉੱਤੇ ਸੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਸਾਹਮਣੇ ਖੜੇ ਸੀ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਤਾ ਗੁਜਰ ਕੌਰ ਨੇ ਦੱਸਿਆ, ਕਹਿੰਦੇ ਉਹ ਸਾਹਮਣੇ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਖੜੇ ਨੇ। ਹਜੇ ਦੂਰ ਸਾਹਮਣੇ ਦਿਖ ਰਹੇ ਸੀ। ਉਸੇ ਸਮੇਂ ਘੋੜੇ ਤੋਂ ਥੱਲੇ ਉਤਰ ਕੇ ਪੈਦਲ ਤੁਰ ਪਿਆ। ਆਖੋ ਸਤਨਾਮ। ਜੋੜਾ ਵੀ ਪੈਰਾਂ ਦੇ ਵਿੱਚੋਂ ਕੱਢ ਦਿੱਤਾ, ਜੋੜਾ ਵੀ ਨਹੀਂ ਪਾਇਆ ਸਤਿਕਾਰ ਵਜੋਂ।
ਤਾਂ ਗੁਰਮੁਖ ਪਿਆਰੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ। ਆਖੋ ਸਤਿਨਾਮ। ਘੁੱਟ ਕੇ ਗਲਵਕੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਆ। ਪਿਆਰ ਦੇ ਵਿੱਚ ਨੇਤਰ ਅੱਖਾਂ 'ਚ ਦੋਨਾਂ ਦੇ ਨੇਤਰ ਵਗਿਆ ਏ ਖੁਸ਼ੀ ਦੇ ਵਿੱਚ। ਤਾਂ ਗੁਰਮੁਖ ਪਿਆਰਿਓ, ਦੋ ਤਰ੍ਹਾਂ ਦਾ ਰੋਣਾ ਹੁੰਦਾ। ਇੱਕ ਤਾਂ ਬੰਦਾ ਬਹੁਤ ਹੀ ਗਮੀ ਹੋ ਜਾਏ, ਦੁੱਖ ਹੋ ਜਾਏ ਤਾਂ ਵੀ ਰੋਣ ਲੱਗ ਜਾਂਦਾ। ਇੱਕ ਬੰਦਾ ਬਹੁਤ ਹੀ ਖੁਸ਼ੀ ਦੇ ਵਿੱਚ ਵੀ ਨੇਤਰਾਂ ਦੇ ਵਿੱਚ ਖੁਸ਼ੀ ਦੇ ਅਥਰੂ ਆ ਜਾਂਦੇ ਨੇ। ਆਖੋ ਸਤਿਨਾਮ। ਹੁਣ ਦੋਵਾਂ ਨੇ ਇੱਕ ਦੂਸਰੇ ਨੂੰ ਗਲਵਕੜੀ ਦੇ ਵਿੱਚ ਲੈ ਕੇ ਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣੀ ਛਾਤੀ ਦੇ ਨਾਲ ਲਾਇਆ। ਇਹ ਦਿਰਸ ਵੇਖ ਕੇ ਸਭ ਸੰਗਤਾਂ ਖੁਸ਼ੀ ਨਾਲ ਗੁਰੂ ਜੀ ਪ੍ਰਤੀ ਉਤਸ਼ਾਹ ਪ੍ਰਗਟ ਕੀਤਾ। ਆਪ ਜੀ ਦੇ ਅਨੰਦਪੁਰ ਸਾਹਿਬ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਦੀਪਮਾਲਾ ਕੀਤੀ ਅਤੇ ਕੜਾ ਪ੍ਰਸਾਦ ਦੀਆਂ ਬਹੁਤ ਵੱਡੀਆਂ ਵੱਡੀਆਂ ਦੇਗਾਂ ਤਿਆਰ ਕੀਤੀਆਂ। ਸਭ ਨੂੰ ਖੁੱਲੇ ਗੱਫੇ ਵਰਤਾਏ ਗਏ। ਦੂਰ ਨੇੜੇ ਦੀਆਂ ਸੰਗਤਾਂ ਨੂੰ ਜਿਉਂ-ਜਿਉਂ ਆਪ ਜੀ ਦੇ ਆਉਣ ਦਾ ਪਤਾ ਲੱਗਦਾ, ਸਭ ਆਪੋ ਆਪਣੀ ਸਰਧਾ ਨਾਲ ਭੇਟਾਂ ਲੈ ਕੇ ਆਉਂਦੀਆਂ ਤੇ ਦਰਸ਼ਨ ਕਰਕੇ ਮੱਥਾ ਟੇਕ ਕੇ ਬਹੁਤ ਖੁਸ਼ੀਆਂ ਮਨਾਉਂਦੀਆਂ। ਆਨੰਦਪੁਰ ਵਿੱਚ ਨਿਤ ਨਵੇਂ ਹਜ਼ਾਰਾਂ ਹੀ ਦਰਸ਼ਨ ਕਰਨ ਆਏ ਸ਼ਰਧਾਲੂਆਂ ਦੀਆਂ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸਾਰੇ ਦਰਸ਼ਨ ਕਰਦੇ ਨੇ। ਸਤਿਗੁਰੂ ਜੀ ਨੇ ਸਾਹਿਬਜ਼ਾਦੇ ਨੂੰ ਹਰ ਪ੍ਰਕਾਰ ਦੀ ਸਿੱਖਿਆ ਦੇਣ ਵਾਸਤੇ ਵੱਖ-ਵੱਖ ਉਸਤਾਦ ਨਿਯਤ ਕਰ ਦਿੱਤੇ। ਗੱਤਕਾ ਸਿਖਾਉਣ ਵਾਸਤੇ, ਘੋੜ ਸਵਾਰੀ ਵਾਸਤੇ ਘੋੜ ਸਵਾਰ ਤਿਆਰ ਕਰ ਲਿਆਂਦੇ। ਵਿਦਿਆ ਵਾਸਤੇ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਾਰਾ ਕੁਝ ਸਿਖਾਉਣ ਵਾਸਤੇ ਕੱਲੇ ਨਿਯਤ ਕਰ ਦਿੱਤੇ, ਸੇਵਾਦਾਰ ਰੱਖ ਦਿੱਤੇ। ਕੋਈ ਗੁਰੂ ਜੀ ਨੂੰ ਵਿਦਿਆ ਸਿਖਾ ਰਿਹਾ ਹੈ, ਕੋਈ ਗੁਰਬਾਣੀ ਸਿਖਾ ਰਿਹਾ ਹੈ, ਕੋਈ ਗੁਰਮੁਖ ਪਿਆਰਿਓ ਘੋੜ ਸਵਾਰੀ ਸਿਖਾ ਰਿਹਾ ਹੈ, ਕੋਈ ਗੱਤਕਾ ਸਿਖਾ ਰਿਹਾ ਹੈ, ਕੋਈ ਫਾਰਸੀ ਪੜ੍ਹਾ ਰਿਹਾ ਹੈ, ਕੋਈ ਹਿੰਦੀ ਪੜ੍ਹਾ ਰਿਹਾ, ਕੋਈ ਸੰਸਕ੍ਰਿਤ ਪੜ੍ਹਾ ਰਿਹਾ। ਇਸ ਤਰ੍ਹਾਂ ਸਾਹਿਬਜ਼ਾਦੇ ਨੂੰ ਸਾਰੇ ਪਾਸੋਂ ਰਾਜਸੀ ਤੇ ਧਾਰਮਿਕ ਕੰਮਾਂ ਤੋਂ ਪੂਰੀ ਤਰ੍ਹਾਂ ਜਾਣੂ ਕਰਨ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਯੋਗ ਪ੍ਰਬੰਧ ਕਰ ਦਿੱਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੂਰੀ ਦਿਲਚਸਪੀ ਦੇ ਨਾਲ ਜਿਹੜੇ ਕੰਮ ਨੂੰ ਕਰਦੇ ਨੇ, ਜਿਹੜੇ ਕੰਮ ਨੂੰ ਸਿੱਖਦੇ ਨੇ, ਪੂਰੀ ਦਿਲਚਸਪੀ ਦੇ ਨਾਲ ਕੰਮ ਕਰਦੇ ਨੇ। ਆਖੋ ਸਤਿਨਾਮ। ਭਾਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬ ਸ਼ਕਤੀਆਂ ਲੈ ਕੇ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਭੇਜੇ ਸੀ, ਪਰ ਫਿਰ ਵੀ ਸਰੀਰ ਕਰਕੇ ਮਹਾਰਾਜ ਜੀ ਨੇ ਸਾਰੇ ਕੁਝ ਸਿੱਖਿਆ। ਗੁਰਬਾਣੀ ਪੜ੍ਹਨੀ ਸਿੱਖੀ, ਘੋੜ ਸਵਾਰੀ, ਗੱਤਕਾ, ਹੋਰ ਸਾਰੀਆਂ ਗੱਲਾਂ ਬਾਤਾਂ ਜੋ ਵੀ ਆਨੰਦਪੁਰੀ ਦੇ ਵਿੱਚ ਸਿੱਖੀਆਂ। ਤਾਂ ਗੁਰਮੁਖ ਪਿਆਰਿਓ, ਇਸ ਪ੍ਰਥਾਏ ਬਾਲ ਗੁਰੂ ਜੀ ਆਪਣੀ ਜੀਵਨ ਕਥਾ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ। ਮਦਰ ਦੇਸ ਹਮਕੋ ਲੈ ਆਏ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਆ, ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਾਈਨ ਦੁਲਰਾਏ, ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸ਼ਿक्षा। ਸਾਰੀ ਤਰ੍ਹਾਂ ਦੀ ਭਾਂਤ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀ। ਕਹਿੰਦੇ ਪਟਨੇ ਤੋਂ ਮਦਰ ਦੇਸ਼ ਪੰਜਾਬ ਲਿਆ ਕੇ ਸਾਡੇ ਮਾਤਾ ਪਿਤਾ ਜੀ ਨੇ ਸਾਡੀ ਹਰ ਪ੍ਰਕਾਰ ਦੀ ਸਿੱਖਿਆ ਦਾ ਯੋਗ ਪ੍ਰਬੰਧ ਕਰ ਦਿੱਤਾ ਹੈ।
ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਿੱਖਣ ਵਾਸਤੇ ਸੇਵਾਦਾਰ ਲਾ ਦਿੱਤੇ ਆ। ਹਿੰਦੂ ਧਰਮ ਬਚਾਉਣ ਵਾਸਤੇ ਪਿਤਾ ਨੂੰ ਬਲੀਦਾਨ ਦੇਣ ਵਾਸਤੇ ਕਹਿਣਾ। ਤਾਂ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਹਿੰਦੂ ਚੱਲ ਕੇ ਆਏ ਤੇ ਆਗੇ ਗੁਰਮੁਖ ਪਿਆਰਿਓ ਧੋਤੀਆਂ ਲਾਈਆਂ ਹੋਈਆਂ ਨੇ, ਟਿੱਕੇ ਲਾਏ ਹੋਏ ਨੇ, ਬੋਧੇ ਰੱਖੇ ਹੋਏ ਨੇ। ਆਕੇ ਅਨੰਦਪੁਰ ਸਾਹਿਬ ਗੁਰੂ ਨੂੰ ਬੇਨਤੀ ਕਰਨ ਵਾਸਤੇ, ਬੇਨਤੀ ਕਾਹਦੇ ਵਾਸਤੇ, ਕੀ ਕਰਨੀ ਸੀ? ਔਰੰਗਜ਼ੇਬ ਇਹਨਾਂ ਦੇ ਮੰਦਰ ਢਹਿ ਢੇਰੀ ਕਰ ਰਿਹਾ ਸੀ। ਇਹਨਾਂ ਨੂੰ, ਮੁਸਲਮਾਨਾਂ ਨੂੰ ਜ਼ਬਰਦਸਤ, ਵਾਹਿਗੁਰੂ ਹਿੰਦੂਆਂ ਨੂੰ, ਪੰਡਤਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ। ਦੋ ਧਰਮ ਤੋਂ ਇੱਕ ਧਰਮ ਕਰਨਾ ਚਾਹੁੰਦਾ ਸੀ। ਪਰ ਗੁਰਮੁਖ ਪਿਆਰੇ, ਇਹ ਪੰਡਤ ਲੋਕ ਬੜੇ ਦੁਖੀ। ਇਹਨਾਂ ਨੂੰ ਕਿਸੇ ਨੇ ਦੱਸਿਆ, ਕਹਿੰਦੇ ਜੇ ਤੁਹਾਡੀ ਰੱਖਿਆ ਕਰ ਸਕਦੇ ਨੇ, ਜੇ ਤੁਹਾਡੀ ਸਹਾਇਤਾ ਕਰ ਸਕਦੇ ਨੇ ਤਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹ ਤੁਹਾਡੀ ਰੱਖਿਆ ਕਰ ਸਕਦੇ ਨੇ ਤੇ ਉਹ ਤੁਹਾਡਾ ਡੁੱਬਦਾ ਧਰਮ, ਤੁਹਾਡਾ ਬੇੜਾ ਜਿਹੜਾ ਹੈ, ਜਿਹੜਾ ਧਰਮ ਹੈ, ਇਹਨੂੰ ਬਚਾ ਸਕਦੇ ਨੇ, ਹੋਰ ਨਹੀਂ ਕੋਈ ਬਚਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਸੀ। ਮਹਾਰਾਜ ਜੀ ਕਹਿੰਦੇ, ਸੁਣ ਲਓ ਸਭ ਮਾਈ ਭਾਈ, ਸਪਸ਼ਟ ਸ਼ਬਦਾਂ ਦੇ ਵਿੱਚ ਸੁਣ ਲਓ। ਮਹਾਰਾਜ ਜੀ ਕਹਿੰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਜੋ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੁਕਮ ਕਰਦਾ ਜਾਏਗਾ, ਮੈਂ ਉਹ ਕੰਮ ਕਰਨੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੋਂ ਉਲਟ ਨਹੀਂ ਚੱਲਾਂਗਾ। ਜੋ ਜੋ ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਹੁਕਮ ਕੀਤੇ ਆ, ਜੋ ਜੋ ਕਰਵਾਏਗਾ, ਉਹੀ ਉਹੀ ਕਰਦਾ ਜਾਏਗਾ। ਇਹ ਸੁਣ ਲਓ ਸਾਰੇ ਮਾਈ ਭਾਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 9 ਸਾਲ ਦੀ ਹੋ ਚੁੱਕੀ ਆ। 4 ਸਾਲ ਅਨੰਦਪੁਰ ਸਾਹਿਬ ਦੇ ਵਿੱਚ ਆਇਆ ਨੂੰ ਹੋਏ। 5 ਸਾਲ ਦੀ ਉਮਰ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੇ ਵਿੱਚ ਆਏ ਸੀ ਪਟਨੇ ਤੋਂ। ਨੌ ਸਾਲ ਦੀ ਉਮਰ ਆ ਤਾਂ ਗੁਰਮੁਖ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਹਿੰਦੂ ਲੋਕ ਆਏ। ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲ ਭੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ। ਭੁੱਬਾ ਮਾਰ ਮਾਰ ਕੇ ਰੋਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਇਹ ਰੋਂਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ, ਆ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ। ਕਹਿੰਦੇ, ਗੁਰੂ ਪਿਤਾ ਜੀ, ਇਹ ਲੋਕ ਕੌਣ ਨੇ? ਇਹ ਰੋਂਦੇ ਕਿਉਂ ਪਏ ਨੇ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਪੁੱਤਰ ਜੀ, ਇੱਕ ਕਸ਼ਮੀਰੀ ਪੰਡਤ ਨੇ
ਇਹਨਾਂ ਦਾ ਧਰਮ ਖਤਰੇ ਦੇ ਵਿੱਚ ਹੈ। ਔਰੰਗਜ਼ੇਬ ਇਹਨਾਂ ਦਾ ਧਰਮ ਜ਼ਬਰਦਸਤੀ ਧਰਮ ਤਬਦੀਲ ਕਰਦਾ, ਇਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ। ਇਹਨਾਂ ਦੇ ਮੰਦਿਰ ਢਹਿ ਢੇਰੀ ਕੀਤੇ ਜਾਂਦੇ ਨੇ, ਇਹਨਾਂ ਦੇ ਮੰਦਿਰ ਢਹਿ ਢੇਰੀ ਕੀਤੇ ਜਾਂਦੇ ਨੇ। ਇਹਨਾਂ ਦਾ ਧਰਮ ਬੜਾ ਖਤਰੇ ਦੇ ਵਿੱਚ ਆ, ਇਹ ਲੋਕ ਬੜੇ ਖਤਰੇ ਦੇ ਵਿੱਚ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿਣਾ ਕੀਤਾ, ਮਹਾਰਾਜ ਜੀ, ਪਿਤਾ ਜੀ, ਫਿਰ ਇਹਨਾਂ ਦਾ ਡੁੱਬਦਾ ਧਰਮ ਬਚਾਓ। ਕਿਵੇਂ ਬਚੇਗਾ? ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕੋਈ ਬਲੀ ਹੋਵੇ, ਕੋਈ ਭਗਤੀ ਸ਼ਕਤੀ ਦਾ ਮਾਲਕ ਹੋਵੇ, ਕੋਈ ਪੂਰੀ ਚੜ੍ਹਦੀ ਕਲਾ ਵਾਲਾ ਹੋਵੇ, ਉਹ ਆਪਣੇ ਸੀਸ ਦੀ ਬਲੀ ਦੇਵੇ, ਫਿਰ ਇਹਨਾਂ ਦਾ ਧਰਮ ਬਚ ਸਕਦਾ। ਆਖੋ ਸਤਿਨਾਮ। ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦੀ 9 ਸਾਲ ਦੀ ਉਮਰ ਹੈ, 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੱਥ ਜੋੜ ਕੇ ਆਖਿਆ, ਐ ਪਿਤਾ ਜੀ, ਤੁਹਾਡੇ ਤੋਂ ਬਲੀਦਾਨ ਵੱਡਾ ਹੋਰ ਕੌਣ ਹੋ ਸਕਦਾ? ਤੁਹਾਡੇ ਤੋਂ ਵੱਡਾ ਭਗਤੀ ਸ਼ਕਤੀ ਦਾ ਮਾਲਕ ਹੋਰ ਕੌਣ ਹੋ ਸਕਦਾ? ਤੁਹਾਡੇ ਤੋਂ ਵੱਡਾ ਪੂਰਨ ਬ੍ਰਹਮ ਗਿਆਨੀ ਹੋਰ ਕੌਣ ਸਕਦਾ? ਹੋਰ ਕੌਣ ਹੋ ਸਕਦਾ? ਤੁਸੀਂ ਕਿਰਪਾ ਕਰੋ, ਤੁਸੀਂ ਆਪਣੇ ਸੀਸ ਦਾ ਬਲੀਦਾਨ ਦਿਓ ਤੇ ਇਹਨਾਂ ਦਾ ਡੁੱਬਦਾ ਧਰਮ ਬਚਾਓ। ਮਹਾਰਾਜ ਜੀ ਕਹਿੰਦੇ, ਗੋਬਿੰਦ ਰਾਏ ਦੇਖ ਲਾ, ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਏਗਾ, ਤੂੰ ਯਤੀਮ ਹੋ ਜਾਏਗਾ। ਤੇਰੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣਾ ਹੈ, ਤੂੰ ਯਤੀਮ ਹੋ ਜਾਵੇਗਾ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਇਕੱਲਾ ਯਤੀਮ ਹੋ ਜਾਵਾਂਗਾ, ਕੋਈ ਗੱਲ ਨਹੀਂ, ਪਰ ਇਹਨਾਂ ਦੇ ਲੱਖਾਂ ਹੀ ਮੇਰੇ ਵਰਗੇ ਵੀਰਾਂ ਦੇ ਪਿਤਾ ਦਾ ਸਿਰ ਤੋਂ ਸਾਇਆ ਉੱਠ ਜਾਏਗਾ, ਇਹ ਮੇਰੇ ਤੋਂ ਦੇਖ ਨਹੀਂ ਹੋਣਾ। ਤੁਸੀਂ ਕਿਰਪਾ ਕਰੋ, ਤੁਸੀਂ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹਨਾਂ ਦਾ ਡੁੱਬਦਾ ਧਰਮ ਬਚਾ ਲਓ। ਆਖੋ ਸਤਿਨਾਮ। ਕਹਿ ਦੂਗਾ ਕੋਈ ਆਪਣਾ ਕੋਈ ਪੁੱਤਰ ਆਪਣੇ ਪਿਤਾ ਨੂੰ, ਅਸੀਂ ਤਾਂ ਡਰਦੇ ਮਾਰੇ ਦਿੱਲੀ ਦੀ ਤੋੜਦੇ ਧਰਨੇ ਦੇ ਵਿੱਚ, ਬਾਪੂ ਆ ਤੂੰ ਨਾ ਜਾਈ, ਬਹਿ ਜਾ ਇੱਥੇ, ਕੀ ਕਰੇਗਾ ਉੱਥੇ ਜਾ ਕੇ? ਜੇ ਕਿਤੇ ਐਵੇਂ ਗੋਲੀ ਗਾਲੀ ਜੀ ਚੱਲ ਗਈ, ਤੇਰੇ ਨਾਲ ਕਿਤੇ ਪੁੜਪੜੀ 'ਚ ਵੱਜੇ, ਰਹਿਣ ਦੇ ਜਾਣ ਨੂੰ। ਇਹ ਦੱਸੋ ਵੀ ਜਿਹੜਾ ਦਿੱਲੀ ਦੇ ਵਿੱਚ ਧਰਨਾ ਲੱਗੇ, ਉਹ ਸਾਰੀ ਦੁਨੀਆ ਦੇ ਵਾਸਤੇ ਲੱਗੇ ਹੋਏ ਨਾ, ਜਿਨ੍ਹਾਂ ਦੇ ਜ਼ਮੀਨਾਂ ਜਾਇਦਾਦਾਂ, ਮਜ਼ਦੂਰ, ਕਿਸਾਨ, ਸਾਰਿਆਂ ਦੇ ਭਲੇ ਵਾਸਤੇ ਲੱਗੇ ਆ। ਸਾਰੇ ਕਿਉਂ ਨਹੀਂ ਜਾਂਦੇ ਉੱਥੇ? ਜਿਹੜੇ ਉੱਥੇ ਗਿਣਤੀ ਦੇ ਬੈਠੇ ਨੇ, ਕਿ ਉਹਨਾਂ ਦੀ ਫਰਜ਼ ਬਣਦਾ ਵੀ ਉੱਥੇ ਉਹੀ ਉਹਨਾਂ ਦੇ ਕੰਮ ਆ, ਉਹਨਾਂ ਨੂੰ ਦੁੱਖ ਸੁੱਖ ਝੱਲਣੇ ਨੇ। ਹਰ ਘਰ ਦੇ ਵਿੱਚੋਂ ਇੱਕ ਮੈਂਬਰ ਜ਼ਰੂਰ ਜਾਣਾ ਚਾਹੀਦਾ, ਹਰ ਘਰ ਦੇ ਵਿੱਚੋਂ ਇੱਕ ਮੈਂਬਰ ਜ਼ਰੂਰ ਜਾਣਾ ਚਾਹੀਦਾ, ਭਾਵੇਂ ਉਹ ਜ਼ਿਮੀਂਦਾਰ ਆ, ਭਾਵੇਂ ਕੋਈ ਵੀ ਆ, ਭਾਵੇਂ ਮਜ਼ਦੂਰ ਆ, ਭਾਵੇਂ ਆੜ੍ਹਤੀ ਆ, ਕੋਈ ਵੀ ਆ, ਇੱਕ ਮੈਂਬਰ ਹਫ਼ਤਾ ਲਾ ਕੇ ਆਉਣਾ ਚਾਹੀਦਾ। ਤੇ ਵਾਰੀ ਸਾਰਿਆਂ ਨੂੰ ਜਾਣਾ ਚਾਹੀਦਾ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਕਿੰਨੇ ਧੱਕੇ ਹੋ ਰਹੇ ਨੇ ਕਿਸਾਨਾਂ ਦੇ ਨਾਲ। ਆ ਪਿੱਛੇ ਦੇਖੋ, BJP ਮੰਤਰੀ ਦੇ ਮੁੰਡੇ ਨੇ ਬੈਠੇ ਕਿਸਾਨਾਂ ਦੇ ਉੱਤੇ ਸਿੱਧੀ ਗੱਡੀ ਚੜਾਤੀ, ਕਿੰਨੇ ਜਣੇ ਮਾਰਤੇ? 7-8 ਜਣੇ ਮਾਰਤੇ। ਇਹ ਕਾਰਨ ਕਿਉਂ ਹੋ ਰਹੇ ਨੇ? ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇੱਥੇ ਗਿਣਤੀ ਦੇ ਨੇ, ਇੱਥੇ ਸਾਰੀ ਤਾਂ ਬਾਕੀ ਤੇ ਆਪਣੇ ਘਰਾਂ 'ਚ ਆਨੰਦ ਲੈ ਰਹੇ ਨੇ। ਕਿਸੇ ਨੂੰ ਕੀ ਹੈ ਤਾਂ ਉਦੋਂ ਕੰਨ ਤੇ ਜੂ ਉਹਦੇ ਸਿਰਕਣੀਆਂ ਨਾ, ਜਦੋਂ ਤੁਹਾਡੇ ਸਾਰਿਆਂ ਦੇ ਗਲ ਦੇ ਉੱਤੇ ਅੰਗੂਠਾ ਰੱਖ ਲਿਆ ਇਹਨਾਂ ਨੇ, ਤੁਹਾਡੀਆਂ ਜ਼ਮੀਨਾਂ ਧੱਕੇ ਦੇ ਨਾਲ ਖੋਹ ਲਈਆਂ ਨਾ, ਜਦੋਂ ਫਿਰ 200 ਰੁਪਏ ਕਿਲੋ ਆਟਾ ਹੋ ਗਿਆ, ਆ ਗੋਭੀ ਜਿਹੜੀ 30 ਰੁਪਏ ਕਿਲੋ ਲੈ ਕੇ ਨਾ ਸਬਜ਼ੀ ਬਣਾ ਲੈਂਦੇ, 30 ਰੁਪਏ ਕਿਲੋ ਵੀ ਮਹਿੰਗੀ ਲੱਗਦੀ ਆ, ਇਹੀ ਤੁਹਾਨੂੰ ਪੈਕਟਾਂ ਦੇ ਵਿੱਚ 300 ਰੁਪਏ ਕਿਲੋ ਮਿਲਿਆ ਕਰਨੀ ਆ। ਤੇਲ ਦੇਖ ਲਓ, 60-70 ਰੁਪਏ ਦੀ ਬੋਤਲ ਆਉਂਦੀ ਸੀ, ਜਿਹੜੀ ਹੁਣ 150 ਰੁਪਏ ਦੀ ਇੱਕ ਤੇਲ ਦੀ ਬੋਤਲ ਆ।
इन्हां अबानियां अडानियां ने सारा कुछ खरीद के अपने कब्जे विच कर लेना, आपदे कब्जे विच करके फिर तुहानूं लोकां नूं मजदूर बना के दिहाड़ियां तुहाडे खेतां दे विच तुहाडे तो दिहाड़ियां करानियां ने। उही तुहाडे खेतां दीयां चीज़ां उगा के पैदा करके उही तुहानूं लिफाफिਆਂ ਦੇ ਵਿੱਚ पा के स्टैंपां ला के महंगे रेटां ते बेचणियां ने जे तुसीं ना हुण जागे तां। इस करके भाई दिल्ली धरने दे विच भी सारियां संगतां वारी साथ दिया करो। बड़िया भैणां लखां भैणां बैठियां ने उत्थे, बाल बच्चे बजुर्ग नौजवान सारे। इस करके सारे जागो ते साडा भी फर्ज बनदा। निक्की उम्र दे विच गुरु तेग बहादुर महाराज जी नूं गुरु गोबिंद सिंह महाराज जी ने बेनती कीती, महाराज तुसीं इन्हां दा डुबदा धर्म बचाओ, अपने सीस दा बलिदान देवो ते लखां पुत्रां नूं यतीम होण तो बचा लो। मेरे सिर तो पिता दा साया उठ जाएगा, कोई गल नहीं, पर लखां वीरां दे सिरां तो इन्हां दे पिता दा साया बचा लो, यतीम ना हो जाण। फिर गुरु गोबिंद सिंह महाराज जी ने ये बेनती गुरु तेग बहादुर महाराज जी नूं कीती ते अगे गुरु तेग बहादुर महाराज जी ने फिर पंडितां नूं कह दिता कि नहीं जाओ पंडितो, जाके औरंगजेब नूं कह दिओ जे तू गुरु तेग बहादुर महाराज जी नूं मुसलमान बना लवे ना ते असीं सारे ही अपने आप मुसलमान बन जावांगे। आखो सतनाम। हुण एक नूं बनाउणा औखा सी ते सारिਆਂ ਨੂੰ बनाउणा सुख। तो डरदे अपने आपे जिहदे डांग फेरदे ते अपने आपे मुसलमान बनी जांदे सी, पर हुण गुरु तेग बहादुर महाराज जी ने कौन मुसलमान बनाया। महाराज जी कहंदे हिंदुआं नूं कहण लगे, कहंदे जाओ पंडितो जाके औरंगजेब नूं कह दिओ गुरु तेग बहादुर महाराज जी नूं मुसलमान बना लो ते असीं अपने आप मुसलमान बन जावांगे। कहंदे सत वचन। तो इत्थों इतिहास नूं आपां कल नूं विचार करांगे, समा इजाजत नहीं दिंदा। फिर अगे की होया, किवें होया, की होया, गलबात सारी ये कल दे समय दे विच जरूर श्रवण करियो। महाराज जी कृपा करन। आओ गुरबाणी पढ़दे सुनदे कोलों एक नहीं नेकां ही प्रकार दी गलतियां भुल्लां चुक्कां हो जांदियां ने। संगतां सतगुरु जी बख्शन हर हन। अगों वास्ते सिर ते मेरा प्रयत रख के शुद्ध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। जो अज देग दी सेवा है सरदार हरमेश सिंह जी, सरदार हरमेश सिंह जी इन्हां परिवार वालों अज देग दी सेवा हाजरा अते दूसरी देग दी सेवा हाजिर हुई आ सहज कौर दा जन्मदिन पुत्री सरदार प्रदीप सिंह जी बेटी के जन्मदिन मुख रखते हुए कड़ा प्रसाद दियां देगां हाजिर ने। आओ श्लोक दे विच बोल के रचना करो पवित्र अरदास हुक्मनामा साहिब। कड़ा प्रसाद दियां देगां लै करके फिर आपो अपने घरों विहार करने आ। लोक सुखीए परलोक सहेले, नानक हर प्रभ आपे मिले। श्लोक पवन गुरु पाणी पिता, माता तरत महत, दिवस रात दो दाई दाया, खिलै सगल जगत, चंगियाइयां बुरियाइयां, बाचै धर्म दूर, कर्मी आपो अपने, के नेड़े के दूर, जिनी नाम त्याया, गए मसकत काल,
मुख उजले केती छुटी नाल जिनी नाम ते आया गए मसकत काल नानक ते मुख उजले केती छुटी नाल जिनी नाम ते आया गए मसकत काल नानक ते मुख उजले केती छुटी नाल। वाहिगुरू जी का खालसा